ਕੋਨਿਆਂ ਤੋਂ ਚੱਲ ਕੇ ਪਿਛਲੇ ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਤੇ ਉਹਨਾਂ ਦੀ ਛਤਰ ਛਾਇਆ ਹੇਠ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਦੇ ਵਿੱਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਮਹਾਨ ਸ਼ਖਸੀਅਤ ਮਹਾਨ ਰੂਹਾਨੀਅਤ ਦੇ ਮੁਤਸਮੇ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਕੋਲੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਉਹ ਵਿਖਿਆਨ ਦੀ ਜਿਹੜੀ ਆ ਉਹ ਸਰਵਣ ਕਰ ਰਹੇ ਜੇ ਤੇ ਆਪਣੇ ਜੀਵਨ ਸਫਲਾ ਕਰ ਰਹੇ ਜੇ। ਜਿੱਥੋਂ ਤੱਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਜੀਵਨ ਦੀ ਗੱਲ ਹੈ, ਦਾਸ ਨੇ ਨਿੱਜੀ ਤੌਰ ਤੇ ਨੇੜੇ ਹੋ ਕੇ ਤੱਕਿਆ ਆ ਕਿ ਅੰਮ੍ਰਿਤ ਵੇਲੇ 3 ਵਜੇ ਜਾਗ ਕੇ ਇਸ਼ਨਾਨ ਕਰਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਣਾ, ਨਿਤਨੇਮ ਕਰਨਾ। ਉਸ ਤੋਂ ਬਾਅਦ ਜਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਪਾਲਕੀ ਸਾਹਿਬ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋ ਕੇ ਆਉਂਦੇ ਆ, ਉਸ ਪਾਲਕੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨੇ। ਉਸ ਤੋਂ ਬਾਅਦ ਜਾ ਕੇ ਜੋ ਆਪਾਂ ਨੂੰ ਗੁਰ ਇਤਿਹਾਸ ਗੁਰਬਾਣੀ ਤੋਂ ਜਾਣੂ ਕਰਵਾਉਂਦੇ ਨੇ, ਉਸ ਦੀ ਘਰੇ ਜਾ ਕੇ ਤਿਆਰੀ ਕਰਨੀ। ਕਿਉਂਕਿ ਜਦ ਸਿੱਖ ਸੰਗਤ ਨੂੰ ਜਾਂ ਸੰਗਤਾਂ ਨੂੰ ਕੋਈ ਇਤਿਹਾਸਕ ਜਿਹੜੀਆਂ ਘਟਨਾਵਾਂ ਜਾਂ ਗੁਰ ਇਤਿਹਾਸ ਤੋਂ ਜਾਣੂ ਕਰਾਉਣਾ ਹੋਵੇ ਤਾਂ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੂੰ ਕਾਫੀ ਲਿਖਤਾਂ ਦੀ ਜਿਹੜੀ ਆ ਉਹ ਪੜਚੋਲ ਪੜ੍ਹਨੀਆਂ ਪੈਂਦੀਆਂ ਨੇ। ਉਸ ਤੋਂ ਬਾਅਦ ਆਪ ਜੀ ਦੇ ਸਨਮੁਖ ਹੋ ਕੇ ਇੱਥੋਂ ਜਿਹੜੀ ਗੁਰ ਵਿਚਾਰ ਦੀ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਹੁਕਮਨਾਮਾ ਆਉਂਦਾ ਆ, ਉਸ ਦਾ ਕਥਾ ਵਿਖਿਆਨ ਕਰਕੇ ਆਪ ਜੀ ਨੂੰ ਇੱਥੇ ਬੈਠੀਆਂ ਸੰਗਤਾਂ ਨੂੰ ਤੇ ਟੀਵੀ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਜਿਹੜਾ ਵਾ ਉਸ ਦੀ ਸਿੱਖਿਆ ਦੇਣੀ ਤੇ ਸਾਡਾ ਜਿਹੜਾ ਵਾ ਉਹ ਜੀਵਨ ਸਫਲ ਕਰਾਉਣਾ। ਤੇ ਮੈਂ ਕਹਿੰਦਾ ਆ ਇਸ ਤਰ੍ਹਾਂ ਦੇ ਮਹਾਨ ਪੁਰਸ਼ ਵਿਰਲੇ ਹੋਇਆ ਕਰਦੇ ਨੇ। ਕਥਾ ਦੀ ਸਮਾਪਤੀ ਤੋਂ ਬਾਅਦ ਜੋ ਇੱਥੇ ਬੋਲਣਾ, ਜੋ ਉਪਦੇਸ਼ ਦੇਣਾ, ਉਸ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਸੰਗਤਾਂ ਦੇ ਸਾਹਮਣੇ ਪ੍ਰੈਕਟੀਕਲ ਦੇ ਰੂਪ ਵਿੱਚ ਦੱਸਣਾ ਤੇ ਇਸ ਤੋਂ ਬਾਅਦ ਜਾ ਕੇ ਲੰਗਰ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨੀ। ਮੈਂ ਕਹਿੰਦਾ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਆ, ਅੱਜ ਉਹਨਾਂ ਨੂੰ ਸਿੱਖ ਕੌਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਿਹੰਗ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਤੇ ਹੋਰ ਸਿੱਖ ਸੰਗਤਾਂ ਵੱਲੋਂ ਜਿਹੜਾ ਵਾ ਸਨਮਾਨ ਦਿੱਤਾ ਜਾਣਾ ਆ। ਮੈਂ ਉਸ ਸਨਮਾਨ ਦੇਣ ਤੋਂ ਪਹਿਲਾਂ ਬਹੁਤ ਹੀ ਸਤਿਕਾਰ ਨਾਲ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਨੂੰ ਕਿ ਉਹ ਇਸ ਵਿਦਾਇਗੀ ਸਮਾਰੋਹ ਦੇ ਉੱਤੇ ਸਿੰਘ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਹਨਾਂ ਦੀ ਆਮਦ ਦੇ ਵਿੱਚ ਇੱਕ ਜਕਾਰਾ ਗਜਾਉਣਾ ਆ, ਬੋਲੇ ਸੋ ਨਿਹਾਲ ਸ੍ਰੀ ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗਾ ਸਮਾਂ ਸਾਨੂੰ ਪ੍ਰਾਪਤ ਹੋਇਆ ਕਿ ਲਗਾਤਾਰ ਬਹੁਤ ਦਿਨਾਂ ਤੋਂ ਸਿੱਖ ਪੰਥ ਦੇ ਵਿਦਵਾਨ, ਮੈਂ ਕਿਉਂਕਿ ਕੋਈ ਤਬਸਰਾ ਨਹੀਂ ਕਿਸੇ ਤੇ ਕਰਨਾ, ਭਾਈ ਸਾਹਿਬ ਨੇ ਸਾਰਾ ਫੋਕਸ ਹੁਣ ਉਸੇ ਗੱਲ ਤੇ ਰੱਖਿਆ ਸੀ। ਇੱਕ ਵਿਦਵਾਨ ਹੁੰਦਾ ਚੁੰਝਦਾ ਗਿਆਨ, ਇੱਕ ਵਿਦਵਾਨ ਹੁੰਦਾ ਅੰਦਰੋਂ ਜਿਹੜੇ ਸਤਿਗੁਰੂ ਜੀ ਆਪ ਵਰਤ ਕੇ ਕੋ ਬਚਨ ਕਰਾਉਂਦੇ ਆ। ਸੋ ਉਹਨਾਂ ਬਚਨਾਂ ਤਹਿਤ ਪਿਛਲੇ ਸਾਲ ਇਸੇ ਸਥਾਨ ਦੇ ਉੱਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੇ ਇੱਕ ਬਚਨ ਕੀਤਾ ਕਿ ਭਾਈ ਸਾਹਿਬ ਜੀ ਤੁਸੀਂ ਅਗਲੇ ਸਾਲ ਤੋਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਇੱਥੇ ਕਥਾ ਕਰਿਆ ਕਰੋ। ਮੈਂ ਧੰਨਵਾਦ ਕਰਦਾ ਸਮੁੱਚੇ ਪ੍ਰਬੰਧ ਵੱਲੋਂ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੁੱਚੇ ਸਮੁੱਚੇ ਪ੍ਰਬੰਧ ਵੱਲੋਂ
ਕਿ ਭਾਈ ਸਾਹਿਬ ਨੇ ਲਗਾਤਾਰ ਇਹ ਜਿਹੜੇ 16 ਦਿਨ ਤੁਹਾਨੂੰ ਗੁਰ ਸ਼ਬਦ ਨਾਲ ਜੋੜਿਆ। ਮੈਂ ਇੱਕੋ ਹੀ ਦ੍ਰਿਸ਼ਟਾਂਤ ਤੁਹਾਡੇ ਨਾਲ ਸਾਂਝਾ ਕਰਕੇ ਛੁੱਟੀ ਲੈ ਲਵਾਂ। ਸਾਡੇ ਵੇਲੇ ਜਦੋਂ ਛੋਟੇ ਹੁੰਦੇ ਸੀ, ਭਾਈ ਸਾਹਿਬ ਨੂੰ ਵੀ ਪਤਾ, ਸਾਰਿਆਂ ਨੂੰ ਵੀ ਪਤਾ, ਕਿ ਜਿੱਲੇ ਖੂਹ ਗਾਲਦੇ ਸੀ ਨਾ, ਉਹ ਖੂਹ ਦੇ ਉੱਤੇ ਇੱਟਾਂ ਲਾਈ ਜਾਣੀਆਂ ਤੇ ਥੱਲੇ ਉਹ ਜਿਹੜੇ ਹੁੰਦੇ ਸੀ ਉਹਨੇ ਜਾ ਕੇ ਮਿੱਟੀ ਆਲੇ ਦੁਆਲੇ ਥੋੜੀ ਕੋਰਦੇ ਇੱਕ ਸਮਾਂ ਐਸਾ ਆਉਣਾ, ਕਹਿਣਾ ਜੀ ਗੜ ਟੁੱਟ ਗਿਆ। ਗੜ ਟੁੱਟਣ ਤੋਂ ਭਾਵ ਇਹ ਥੱਲਿਓਂ ਪਾਣੀ ਜਿਹੜਾ ਆ ਉਹ ਮੁਜੱਸਮਾ ਬਣ ਕੇ ਪ੍ਰਗਟ ਹੋ ਗਿਆ। ਇਹ ਉਦਾਂ ਤਾਂ ਸਤਿਗੁਰੂ ਜੀ ਨੇ ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਰਵਾਨਾ, ਜਨ ਨਾਨਕ ਇਹੋ ਖੇਲ ਕਟਨ ਹੈ ਕਿਨਹੂ ਗੁਰਮੁਖ ਜਾਨਾ। ਉਸਤਤ ਨੂੰ ਸਤਿਗੁਰੂ ਜੀ ਨੇ ਉਦੋਂ ਜ਼ਿਆਦਾ ਨਿੰਦਾ ਤੋਂ ਵੀ ਮੋਹਰੇ ਰੱਖਿਆ ਵੀ ਤਾਂ ਕਿ ਆਪਣੇ ਆਪ ਦਾ ਕਿਤੇ ਸਿੱਖ ਦੁਸ਼ਮਣ ਨਾ ਬਣ ਜਾਏ। ਇਹ ਗੜ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ। ਇਹਨਾਂ ਦਾ ਗੜ ਪਵਿੱਤਰ ਗੁਰਬਾਣੀ, ਇੱਕ ਸਿਧਾਂਤ ਵੱਡਾ, ਨਰੋਲ ਗੁਰ ਕੀ ਬਾਣੀ। ਉਹਨਾਂ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦਾ ਕੋਈ ਲੇਖਾ ਹੀ ਨਹੀਂ ਦਿੱਤਾ ਜਾ ਸਕਦਾ। ਦੋ ਸ਼ਖਸੀਅਤਾਂ, ਬਾਬਾ ਬੁੱਢਾ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਅੱਧਾ ਗੁਰ ਇਤਿਹਾਸ ਦਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ। ਤੇ ਭਾਈ ਗੁਰਦਾਸ ਜੀ ਨੂੰ ਕਿਤੇ ਕਿਤੇ ਭਾਈ ਨੰਦ ਲਾਲ ਜੀ ਤੇ ਭਾਈ ਵੀਰ ਸਿੰਘ ਜੀ ਇੱਥੇ ਤੱਕ ਆਪਣਾ ਅਦਾਰਾ ਰੱਖ ਕੇ ਕਈ ਵਾਰੀ ਸਾਖੀਆਂ ਵੀ ਵਿੱਚ ਤੁਹਾਨੂੰ ਸਮਝਾਉਣ ਲਈ ਕੋਟ ਕਰ ਦਿੰਦੇ ਆ। ਅੱਜ ਦੇ ਵਿਦਵਾਨਾਂ ਦੇ ਵਿੱਚ ਵਿਦਵਤਾ ਬਣ ਗਈ। ਕਈ ਵਾਰੀ ਕਥਾ ਕਰਦੇ ਉਹ ਗੱਲਾਂ ਵੀ ਕਹਿ ਜਾਂਦੇ ਆ ਜਿਹੜੀਆਂ ਦੂਜੇ ਨੂੰ ਸਿੱਧੇ ਤੌਰ ਤੇ ਨਹੀਂ ਕਹੀਆਂ ਜਾਂਦੀਆਂ, ਉਹ ਸਿੱਧੇ ਤੌਰ ਤੇ ਕਹਿ ਦਿੰਦੇ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਰੇ ਰਲ ਕੇ ਅਰਦਾਸ ਕਰੀਏ। ਉਹਨੇ ਆਪ ਵੀ ਕਿਹਾ, ਗੁਰੂ ਸਾਹਿਬ ਜੀ ਇਹੋ ਜਿਹੇ ਵਿਦਵਾਨ ਪੁਰਸ਼ਾਂ ਨੂੰ ਆਪਣੇ ਦਰੋਂ ਕਰੋਂ ਅਸੀਸ ਬਖਸ਼ਿਸ਼ ਕਰ, ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰ, ਤਾਂ ਕਿ ਸਿੱਖ ਪੰਥ ਦੇ ਵਿੱਚ ਆ ਜਿਹੜਾ ਹੁਣ ਸਮਾਂ ਚੱਲ ਰਿਹਾ, ਜਿਵੇਂ ਇੱਕ ਜੰਗਲ ਦੇ ਵਿੱਚ ਅੱਗ ਫੈਲੀ ਹੁੰਦੀ, ਐਵੇਂ ਦਾ ਸਮਾਂ ਚੱਲ ਰਿਹਾ। ਪਰ ਸਤਿਗੁਰੂ ਜੀ ਜੇ ਗੁਰਬਾਣੀ ਨਾਲ ਜੁੜਿਆ ਰਹੇ, ਕਹਿੰਦੇ ਤੈਨੂੰ ਅੱਖ ਕੁਝ ਨਹੀਂ ਕਹਿੰਦੀ। ਸੋ ਇਹੋ ਜਿਹੇ ਜਿਹੜੇ ਪੁਰਾਣੇ ਜਿਹੜੇ ਗੁਰੂ ਸਾਹਿਬ ਦੇ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ, ਉਹਨਾਂ ਤੇ ਸਤਿਗੁਰੂ ਜੀ ਆਪਣੀ ਰਹਿਮਤ ਬਖਸ਼ਿਸ਼ ਕਰਨ। ਮੈਂ ਦਿਲ ਦੀਆਂ ਡਗਿਆਈਆਂ ਤੋਂ, ਇੱਕ ਸਾਨੂੰ ਐਵੇਂ ਸਟੇਜਾਂ ਤੇ ਇੱਕ ਦੂਏ ਦੀ ਗੱਲ ਕਰਨ ਦਾ ਹੁੰਦਾ, ਪਰ ਦਿਲ ਦੀਆਂ ਡਗਿਆਈਆਂ ਤੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਮੁੱਚੇ ਪ੍ਰਬੰਧ ਵੱਲੋਂ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕਿ ਲਗਾਤਾਰ ਭਾਈ ਸਾਹਿਬ ਜੀ ਆ ਹੁਣ ਤੁਸੀਂ ਹਰਿਆਵਲ ਦੱਸਦਾ ਬੈਠਾ, ਕਿਸੇ ਦੀ ਨਹੀਂ ਕੋਈ ਗੱਲ, ਪਰ ਇਹ ਤੁਹਾਡੇ ਉਸ ਪਵਿੱਤਰ ਸਿਧਾਂਤ ਦੀ ਖਿੱਚ ਆ ਜਿਹੜੀ ਤੁਸੀਂ ਇੱਕ ਮੈਗਨੇਟ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਆ। ਸੋ ਮੈਂ ਹੋਰ ਨਾ ਡੰਗਾਈ ਵਿੱਚ ਜਾਂਦਾ ਹੋਇਆ ਕੇਵਲ ਤਾਂ ਕੇਵਲ ਇੱਕੋ ਹੀ ਬੇਨਤੀ ਕਰਕੇ, ਭਾਈ ਸਾਹਿਬ ਜੀ ਜਿਹੜਾ ਤੁਸੀਂ ਇਹ 20 ਦਿਨ 15 ਦਿਨ 16 ਦਿਨ ਲਾਏ ਆ, ਮੈਨੂੰ ਪੂਰਨ ਆਸ ਆ ਕਿ ਇਹ ਸੰਗਤਾਂ ਨੇ ਜਿਹੜਾ ਸੁਣਿਆ ਵੀ ਆ, ਇਹਨੂੰ ਹਿਰਦੇ ਵਿੱਚ ਵੀ ਵਸਾਉਣ ਦਾ ਸਤਿਗੁਰੂ ਜੀ ਯਤਨ ਕਰਾਉਣ ਇਹਨਾਂ ਕੋਲੋਂ। ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਉਹ ਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੇ ਸਾਰਾ ਇਹ ਸਮੁੱਚਾ ਸਟਾਫ, ਇਹ ਸਾਰਾ ਤੁਹਾਡੀ ਵਿਦਵਤਾ ਤੇ ਸਿੱਖੀ ਨੂੰ ਪ੍ਰਣਾਏ ਹੋਏ ਪਵਿੱਤਰ ਸਿਧਾਂਤਾਂ ਨੂੰ ਤੁਹਾਨੂੰ ਸਤਿਕਾਰ ਦੇਣ ਆਏ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਹੁਤ ਬਹੁਤ ਧੰਨਵਾਦ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ। ਅੱਜ ਆਪ ਜਿੱਥੇ ਸਿੱਖ ਸੰਗਤਾਂ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਆਏ ਜੇ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਆਏ ਨੇ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਦੇ ਵਿੱਚ ਆਏ ਨੇ। ਸਰਦਾਰ ਪ੍ਰਤਾਪ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਸਤਬੀਰ ਸਿੰਘ ਜੀ OSD ਮਾਨਯੋਗ ਪ੍ਰਧਾਨ ਸਾਹਿਬ ਜੀ, ਤੇ ਹੋਰ ਵੀ ਸੰਤ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼, ਸਾਰੇ ਜਿਹੜਾ ਵਾ ਪੰਥ ਜਿਹੜਾ ਜਿੱਥੇ ਇਕੱਠਾ ਹੋਇਆ, ਕਿਉਂਕਿ ਭਾਈ ਸਾਹਿਬ ਦਾ ਜਿਹੜਾ ਸਨਮਾਨ ਆ ਵੱਡਾ ਆ ਤੇ ਵੱਡਾ ਹੀ ਕਰਨਾ ਬਣਦਾ ਆ। ਮੇਰੇ ਵਰਗਾ ਤਾਂ ਕੀ ਕਹਿ ਸਕਦਾ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਸਦਾ ਇੱਥੇ ਜਿੰਨੇ ਦਿਨ ਰਹੇ ਨੇ ਸਿੱਖ ਸੰਗਤਾਂ ਦੇ ਵਿੱਚ ਵਿਚਰਦੇ ਰਹੇ ਨੇ ਤੇ ਸਿੱਖ ਸੰਗਤਾਂ ਉਹਨਾਂ ਦੀਆਂ ਆਪ ਜਿਹੜਾ ਵਾ ਉਹ ਦਰਸ਼ਨ ਦਿਦਾਰੇ ਕਰਦੀਆਂ ਰਹੀਆਂ ਨੇ। ਮੈਂ ਹੁਣ ਬਹੁਤ ਹੀ ਸਤਿਕਾਰ ਦੇ ਨਾਲ
ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਸੰਗਤਾਂ ਨੂੰ ਸੰਬੋਧਨ ਹੋਣ। ਉਸ ਤੋਂ ਪਹਿਲਾਂ ਇੱਕ ਜਕਾਰਾ ਲਾਉਣਾ ਆ, ਬੋਲੇ ਸੋ ਨਿਹਾਲ। ਮਾਨਯੋਗ ਸਿੰਘ ਸਾਹਿਬ। रूहानियत के मुजस्मे सांझीवालता के प्रतीक चौथे गुरुदेव सतगुरु साहिब श्री गुरु रामदास जी महाराज जी के पावन स्थान सचखंड श्री हरमंदर साहिब जी विखे धन सतगुरु गुरु अर्जन देव जी महाराज जी के पावन मुबारक स्थान गुरुद्वारा मंजी साहिब दीवान हाल विखे जुड़ बैठे समूह गुरु सवारिओ, गुरु बख्शी फतेह। अदब सत्कार सहित हथ जोड़ के बुलाओ जी, वाहिगुरु जी का खालसा वाहिगुरु जी की फतेह। गुरमुख जिस पावन मुकद्दस स्थान ते आप जुड़े हुए हो, इत्थे पंजवें पातशाह सतगुरु साहिब श्री गुरु अर्जन देव जी महाराज दरबार सजा के बैठा करते सन और संगतां नूं कथा विचारां सरवण करवाया करते सन। ये राज तीर्थ नगरी श्री अमृतसर साहिब इस धरती का कण कण मुबारक है, जिथे धन सतगुरु गुरु नानक देव जी महाराज जी ने अपने चरण पाए और धन गुरु रामदास जी महाराज ने गुरु अमरदास जी महाराज जी की प्रेरणा नाल इस पवित्र नगरी नूं वसाउणा कीता और सतगुरां ने 52 तरह के कित्ताकारियां नूं लिया के इस शहर विच वसाया और उन्हां नूं अपनी रोजी रोटी कमाउण दे भी सतगुरां ने योग कीता है। जिस पावन स्थान ते सचखंड श्री हरमंदर साहिब जी का इस वेले आपां दर्शन करदे हां सुभायमान है। जद सरोवर की खुदाई नहीं सी होई, ताल नहीं सी कटाया सतगुरां ने, इत्थे संध्या के समय धन गुरु रामदास जी महाराज दीवान सजाया करते सन और ताल की खुदाई तो बाद जो धन गुरु रामदास जी महाराज ज्योति जोत समा गए, गुरु अर्जन देव जी महाराज ने पवित्र इमारत सचखंड श्री हरमंदर साहिब जी की तामीर करवाई। बाबा बुढ़ा साहिब जी नूं सतगुरां की ताबिया बिठा के पहले ग्रंथी होने का माण बख्शिश किया ते इत्थे धन गुरु अर्जन देव जी महाराज दीवान सजा के बैठा करते सन और एक बड़ी पवित्र स्टेज है। इत्थे बड़ियां बड़ियां वड्डियां हस्तियां महान शख्सियतां सत्कारत शख्सियतां ने कथा विचारां दे राही संगतां नूं निहाल कीता है। पिछले समय पंथ रतन गुरप्रवासी ज्ञानी संत सिंह जी मस्कीन जो शहीद करके साडे विच नहीं रहे, उन्होंने सिंह साहब ज्ञानी चेत सिंह जी हैड ग्रंथी सचखंड श्री हरमंदर साहिब जी की प्रेरणा नाल 1972 ਦੇ ਵਿੱਚ कथा करनी आरंभ की सी इस स्थान पर। ज्ञानी संत सिंह जी मस्कीन होरां ने 1972 ਵਿੱਚ कथा करनी आरंभ की और 2004 तक जब तक वो इस चोले विच रहे वो इस स्थान पर कथा विचारां संगत के नाल करते रहे और अखीरले साल 2004 ਵਿੱਚ लगातार 40 दिन ज्ञानी संत सिंह जी मस्कीन होरां ने इस पावन स्थान ते धन सतगुरु गुरु रामदास जी महाराज जी के पावन स्थान तो बख्शिश होए मुख वाक की कथा संगतां नूं सरवण करवाई। और जिवें अज आप जी वड्डी गिणती विच जुड़े हो, भाई साहब जी होरां दे कथा विचार सुनने वास्ते आप जी पहुँचते रहे हो,
ਇਵੇਂ ਹੀ ਉਸ ਵਕਤ ਵੀ ਸੰਗਤਾਂ ਬੜੇ ਚਾਅ ਤੇ ਬੜੇ ਉਤਸ਼ਾਹ ਨਾਲ, ਬੜੇ ਪਿਆਰ ਨਾਲ ਮਸਕੀਨ ਜੀ ਹੋਰਾਂ ਨੂੰ ਸੁਣਨ ਵਾਸਤੇ ਪਹੁੰਚਿਆ ਕਰਦੀਆਂ ਸਨ। ਔਰ ਗਿਆਨੀ ਚੇਤ ਸਿੰਘ ਜੀ ਹੋਰਾਂ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਪਾਸੋਂ ਇਹ ਪ੍ਰਣ ਲਿਆ ਸੀ ਕਿ ਜਿੰਨਾ ਚਿਰ ਤੁਹਾਡੇ ਸਵਾਸ ਚੱਲਦੇ ਨੇ, ਤੁਸੀਂ ਓਨਾ ਚਿਰ ਹਰ ਸਾਲ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਤੁਸੀਂ ਇੱਥੇ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਇਆ ਕਰੋਗੇ। ਔਰ ਉਹਨਾਂ ਨੇ ਆਪਣੇ ਉਸ ਕੀਤੇ ਹੋਏ ਪ੍ਰਾਣ ਨੂੰ ਗੁਰੂ ਕਿਰਪਾ ਦੇ ਨਾਲ ਆਪਣੇ ਆਖਰੀ ਸਵਾਸਾਂ ਤੱਕ ਨਿਭਾਇਆ। ਉਹਨਾਂ ਤੋਂ ਬਾਅਦ ਖਾਲਸਾ ਪੰਥ ਕੋਲ ਸਤਿਗੁਰਾਂ ਨੇ ਇਹ ਬਖਸ਼ਿਸ਼ ਕਰਕੇ ਭਾਈ ਸਾਹਿਬ, ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਭਾਈ ਸਾਹਿਬ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ, ਗਿਆਨੀ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਦੀ ਸਿਫਤ ਵੀ ਸਟੇਜ ਤੋਂ ਕੀਤੀ ਗਈ, ਜੀਵਨ ਪ੍ਰਤੀ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ। ਔਰ ਅਕਸਰ ਹੀ ਸਤਿਗੁਰਾਂ ਦੀ ਮਿਹਰ ਹੈ ਕਿ ਜੋ ਵੀ ਉਹਨਾਂ ਦਾ ਜ਼ਿਕਰ ਕਰਦਾ ਹੈ ਉਹ ਉਹਨਾਂ ਦੇ ਜੀਵਨ ਬਾਰੇ ਗੱਲ ਜ਼ਰੂਰ ਕਰਦਾ ਹੈ ਕਿ ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ, ਸੇਵਾ, ਸਿਮਰਨ ਔਰ ਵੱਡੀ ਸਿਫਤ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਉਹ ਮਨ ਕਰਕੇ ਨੀਵੇਂ ਨੇ। ਔਰ ਕਦੇ ਦਾਅਵਾ ਨਹੀਂ ਕੀਤਾ ਕਿ ਜੇ ਮੈਂ ਕਥਾ ਕੀਤੀ ਹੈ ਤੇ ਜੋ ਮੈਂ ਕਹਿਤਾ ਉਹੀ ਸੱਚ ਹੈ। ਅਕਸਰ ਉਹ ਕਹਿੰਦੇ ਨੇ ਕਿ ਜੋ ਮੈਂ ਕਿਹਾ ਉਹੀ ਆਖਰੀ ਸੱਚ ਨਹੀਂ। ਜਿੰਨੇ ਕੁ ਮੱਤ ਮੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਸੀ ਮੈਂ ਦੱਸਿਆ, ਕਿਉਂਕਿ ਹਰ ਕੀ ਕਥਾ ਤੇ ਕੀਤੀ ਨਹੀਂ ਜਾ ਸਕਦੀ। ਇੱਕ ਵਿਦਵਾਨ ਸੰਤ ਜਿਹਨੇ ਸਾਰੀ ਉਮਰ ਕਥਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਕਰਦਿਆਂ ਕਰਦਿਆਂ ਆਖਰੀ ਸਮਾਂ ਆ ਗਿਆ, ਕਥਾ ਸਮਾਪਤ ਨਹੀਂ ਸੀ ਹੋਈ ਤੇ ਚਲਾਣੇ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਹਿਣ ਦਾ ਕਿ ਹਾਲੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਨਹੀਂ ਕਰ ਸਕਿਆ। ਪਰਿਵਾਰ ਵਾਲੇ ਕਹਿਣ ਲੱਗੇ, ਤੁਸੀਂ ਤੇ ਸੰਥਿਆ ਕੀਤੀ ਹੋਈ ਹੈ, ਤੁਸੀਂ ਤਾਂ ਬੜੇ ਵਿਦਵਾਨ ਹੋ, ਗੁਰਬਾਣੀ ਦੇ ਗਿਆਤਾ ਹੋ। ਔਰ ਬੜੇ ਅਦਬ ਨਾਲ ਉਸ ਮਹਾਂਪੁਰਸ਼ ਨੇ ਕਿਹਾ ਕਿ ਗੁਰਬਾਣੀ ਦਾ ਗਿਆਤਾ ਕੋਈ ਨਹੀਂ ਹੋ ਸਕਦਾ। ਗੁਰੂ ਕੀ ਕਥਾ, ਪਰਮੇਸ਼ਰ ਦੀ ਕਥਾ ਕੋਈ ਨਹੀਂ ਕਰ ਸਕਦਾ, ਕਿਉਂਕਿ ਉਹਦੀ ਕਥਾ ਜਿਹੜੀ ਹੈ ਅਕਥ ਹੈ, ਉਹ ਨਹੀਂ ਕੀਤੀ ਜਾ ਸਕਦੀ। ਜਦੋਂ ਕੋਈ ਵਿਦਵਾਨ ਗੁਰਬਾਣੀ ਦੀ ਕਥਾ ਕਰਦਾ ਹੈ, ਉਹ ਇਹ ਸਮਝੇ ਕਿ ਮੈਂ ਗੁਰਬਾਣੀ ਦੀ ਸੰਥਿਆ ਕਰ ਰਿਹਾ ਹਾਂ, ਗੁਰੂ ਮੇਰੇ ਤੇ ਕਿਰਪਾ ਕਰੇ, ਮੈਨੂੰ ਆਪਣੀ ਸਿਫਤ ਸਲਾਹ ਕਰਨ ਦੀ ਤੌਫੀਕ ਬਖਸ਼ਿਸ਼ ਕਰੇ, ਤਾਕਤ ਬਖਸ਼ਿਸ਼ ਕਰੇ। ਔਰ ਉਹਨਾਂ ਨੇ ਕਦੇ ਇਸ ਗੱਲ ਦਾ, ਭਾਈ ਸਾਹਿਬ ਜੀ ਹੋਰਾਂ ਨੇ ਇਹ ਨਹੀਂ ਕਿਹਾ ਕਿ ਜੋ ਮੈਂ ਕਹਿ ਦਿੱਤਾ ਉਹ ਸੱਚ ਹੈ। ਉਹ ਇਹ ਕਹਿੰਦੇ ਨੇ ਕਿ ਅਕਥ ਕਥਾ ਹੈ, ਕਥਾ ਪਰਮੇਸ਼ਰ ਦੀ ਕੀਤੀ ਨਹੀਂ ਜਾ ਸਕਦੀ, ਕੋਈ ਕਰ ਹੀ ਨਹੀਂ ਸਕਦਾ। ਬੜੀ ਨਿਮਰਤਾ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ। ਔਰ ਪੂਰੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਹੈ। ਧੜਿਆਂ ਤੋਂ ਉੱਪਰ ਉੱਠ ਕੇ ਉਹ ਗੁਰੂ ਦੀ ਗੱਲ ਕਰਦੇ ਨੇ। ਅੱਜ ਵੀ ਆਏ ਹੋਏ ਮੁੱਖ ਵਾਕ ਦੇ ਪ੍ਰਕਰਣ ਵਿੱਚੋਂ ਉਹਨਾਂ ਨੇ ਨਿੰਦਕ ਦੀ ਗੱਲ ਕੀਤੀ ਹੈ ਕਿ ਨਿੰਦਾ ਕਿੰਨੀ ਕੁ ਮਾੜੀ ਹੈ। ਸਤਿਗੁਰੂ ਕਹਿੰਦੇ ਨਿੰਦਕ ਐਸੇ ਹੀ ਝਰ ਭਰੀ ਹੈ, ਇਹੋ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀਐ। ਕਿ ਨਿੰਦਕ ਇਉਂ ਝੜਦਾ ਜਿਵੇਂ ਕੰਧ ਤੋਂ ਕੱਲਰ ਝੜ ਜਾਂਦਾ ਹੈ। ਰੜਾਵੇ ਬੁਲਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੇ ਨਿੰਦਕ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲੈ ਸੁਧਾਵੇ। ਕਹਿੰਦੇ ਕਿ ਨਿੰਦਕ ਜਿਹੜਾ ਉਹ ਹਮੇਸ਼ਾ ਰੜਾਉਂਦਾ ਰਹਿੰਦਾ, ਬਿਲਲਾਉਂਦਾ ਰਹਿੰਦਾ, ਉਹ ਤਾਂ ਨਿੰਦਾ ਕਰਦਾ ਕਿਉਂਕਿ ਉਹਨੂੰ ਪਰਮੇਸ਼ਰ ਵਿਸਰ ਜਾਂਦਾ। ਜੇ ਪਰਮੇਸ਼ਰ ਵਿਸਰ ਜਾਂਦਾ ਫਿਰ ਉਹ ਨਿੰਦਾ ਕਰਦਾ ਤੇ ਫਿਰ ਉਹ ਆਪਣਾ ਕੀਤਾ ਆਪ ਪਾਉਂਦਾ। ਗੁਰਮੁਖੋ ਮਾਫ ਕਰਿਓ, ਅੱਜ ਸਾਡੀ ਇਹ ਬਿਰਤੀ ਬਣ ਚੁੱਕੀ ਹੈ, ਆਦਤ ਬਣ ਚੁੱਕੀ ਹੈ ਕਿ ਅਸੀਂ ਜਿਵੇਂ ਭਾਈ ਸਾਹਿਬ ਜੀ ਕਥਾ ਕਰ ਰਹੇ ਸਨ ਕਿ ਅਸੀਂ ਛਾਨਣੀ ਫੜੀ ਹੋਈ ਹੈ, ਬਹੁਤ ਛਾਣਾ ਲਾਈ ਜਾਂਦੇ, ਹਰ ਇੱਕ ਨੂੰ ਛਾਣ ਕੇ ਰੱਖੀ ਜਾਂਦੇ ਆ। ਸਾਡੀ ਆਦਤ ਬਣ ਚੁੱਕੀ ਹੈ। ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਉਹ ਕਿਰਪਾ ਕਰ ਕਿ ਅਸੀਂ ਮੂਰਖਾਂ ਵਾਲੇ ਕਾਰਜ ਨਾ ਕਰੀਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਾਨਵਕ ਮੁਗਧ ਕਰਨ। ਮੂਰਖ ਨਿੰਦਾ ਕਰਦੇ, ਨਿੰਦਾ ਕਿਸੇ ਦੇ ਵੀ ਕਰਨੀ ਭਲੀ ਨਹੀਂ ਕਰਨੀ ਚਾਹੀਦੀ।
ਤੇ ਸਾਨੂੰ ਸਤਿਗੁਰੂ ਸਾਰਿਆਂ ਨੂੰ ਇਸਮਤ ਬਖਸ਼ਿਸ਼ ਕਰੇ, ਤੌਫੀਕ ਬਖਸ਼ਿਸ਼ ਕਰੇ। ਐਸੀ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦੇ ਰਹੀਏ। ਔਰ ਗੁਰੂ ਕੀ ਬਾਣੀ ਦਾ ਪਾਵਨ ਬਚਨ ਹੈ, ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ। ਸਤਿਗੁਰਾਂ ਨੇ ਆਪਣੀ ਸਿਫਤ ਤੋਂ ਸਲਾਹ ਦਾ ਖਜ਼ਾਨਾ ਭਾਈ ਸਾਹਿਬ ਜੀ ਯਾਨੀ ਪਿੰਦਰਪਾਲ ਸਿੰਘ ਜੀ ਹੋਰਾਂ ਨੂੰ ਬਖਸ਼ਿਸ਼ ਕੀਤਾ ਹੈ। ਉਹ ਖਾ ਰਹੇ ਨੇ, ਖਰਚ ਰਹੇ ਨੇ, ਔਰ ਜੋ ਸਿਫਤ ਸਲਾਹ ਦਾ ਖਜ਼ਾਨਾ ਬਖਸ਼ਿਸ਼ ਕੀਤਾ ਉਹ ਸੰਗਤਾਂ ਨੂੰ ਵੰਡ ਰਹੇ ਨੇ। ਔਰ ਸਤਿਗੁਰੂ ਇਹ ਰਹਿਮਤ ਉਹਨਾਂ ਤੇ ਹਮੇਸ਼ਾ ਬਣਾਈ ਰੱਖੇ। ਪ੍ਰਧਾਨ ਜੀ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਗਿਆਨ ਦੀ ਬਖਸ਼ਿਸ਼ ਜਿਹੜੀ ਹੈ, ਜਿਹੜੀ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਕੜ ਟੁੱਟਿਆ ਹੋਇਆ ਹੈ, ਭਾਵ ਕਿ ਅਮੋਕ ਖਜ਼ਾਨਾ ਜਿਹੜਾ ਹੈ ਉਹ ਸਤਿਗੁਰਾਂ ਨੇ ਭਾਈ ਸਾਹਿਬ ਜੀ ਹੋਰਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਇਸੇ ਤਰ੍ਹਾਂ ਹੀ ਉਹਨਾਂ ਦਾ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਉਹ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਪੰਥ ਦੇ ਵਾਧੇ ਵਾਸਤੇ, ਚੜ੍ਹਦੀ ਕਲਾ ਵਾਸਤੇ ਕਾਰਜਸ਼ੀਲ ਰਹਿਣ। ਔਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਜਦ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਹਾਂ ਤਾਂ ਸਾਡਾ ਫਰਜ਼ ਬਣਦਾ ਕਿ ਜੋ ਸੁਮਤ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਕੇ ਲੈ ਕੇ ਜਾਈਏ ਤੇ ਆਪਣੇ ਮਨ ਦੇ ਵਿੱਚ ਸ਼ਬਦੀ ਵਿਚਾਰ ਜ਼ਰੂਰ ਕਰੀਏ। ਅੰਮ੍ਰਿਤ ਛਕੀਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰੀਏ, ਇਸ ਜੀਵਨ ਨੂੰ ਸਫਲ ਕਰੀਏ। ਮੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਆਪ ਸਮੁੱਚੀ ਸੰਗਤ ਵੱਲੋਂ, ਅਰਦਾਸ ਵੱਲੋਂ ਭਾਈ ਸਾਹਿਬ ਜੀ ਹੋਰਾਂ ਨੂੰ ਇਹ ਅਪੀਲ ਹੈ ਕਿ ਉਹ ਹਰ ਸਾਲ ਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਤੋਂ ਲੈ ਕੇ ਤੇ ਬੰਦੀ ਛੋੜ ਦਿਵਸ ਤੱਕ ਇਸ ਪਾਵਨ ਅਸਥਾਨ ਤੇ ਕਥਾ ਵਿਚਾਰਾਂ ਜ਼ਰੂਰ ਸਰਵਣ ਕਰਵਾਇਆ ਕਰਨ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਭਾਈ ਸਾਹਿਬ ਦੀ ਸੰਗਤ ਤੁਹਾਨੂੰ ਪਿਆਰ ਕਰਦੀ ਹੈ, ਸਤਿਕਾਰ ਦਿੰਦੀ ਹੈ, ਤੇ ਤੁਸੀਂ ਸੰਗਤ ਦੀ ਬੇਨਤੀ ਨੂੰ ਪ੍ਰਵਾਨ, ਸੰਗਤ ਦੇ ਹੁਕਮ ਨੂੰ, ਕਿਉਂਕਿ ਸੰਗਤ ਬੇਨਤੀ ਨਹੀਂ ਕਰਦੀ, ਸੰਗਤ ਦਾ ਤਾਂ ਹੁਕਮ ਹੈ, ਸੰਗਤ ਦੇ ਇਸ ਹੁਕਮ ਨੂੰ ਤੁਸੀਂ ਜ਼ਰੂਰ ਕਬੂਲ ਕਰਨਾ। ਸਤਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ, ਚੰਗੀ ਸਿਹਤ ਬਖਸ਼ੇ, ਲੰਬੀ ਉਮਰ ਬਖਸ਼ੇ, ਤੇ ਤੁਸੀਂ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਇਸ ਸਥਾਨ 'ਤੇ ਹਾਜ਼ਰ ਹੋ ਕੇ ਕਥਾ ਵਿਚਾਰਾਂ ਦੇ ਰਾਹੀਂ ਸੰਗਤਾਂ ਨੂੰ ਜ਼ਰੂਰ ਨਿਹਾਲ ਕਰਦੇ ਰਹਿਣਾ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੋ ਸੰਗਤਾਂ, ਬਹੁਤ ਸਾਰੇ ਪ੍ਰੇਮੀ ਐਸੇ ਵੀ ਨੇ ਕਿ ਜੋ ਨਿੱਤਾ ਪ੍ਰਤੀ ਜਿਨ੍ਹਾਂ ਦਾ ਨੇਮ ਹੈ ਕਿ ਜਿਨ੍ਹਾਂ ਨੇ ਕਥਾ ਵਿਚਾਰਾਂ ਸਰਵਣ ਕਰਨ ਵਾਸਤੇ ਹਰ ਰੋਜ਼ ਹਾਜ਼ਰ ਹੋਣਾ ਹੁੰਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਜੋ ਸੰਗਤਾਂ ਉਚੇਚੇ ਤੌਰ 'ਤੇ ਭਾਈ ਸਾਹਿਬ ਜੀ ਦੀ ਕਥਾ ਸਰਵਣ ਕਰਨ ਵਾਸਤੇ ਪਹੁੰਚਦੀਆਂ ਰਹੀਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਜੋ ਉਚੇਚੇ ਤੌਰ 'ਤੇ ਅੱਜ ਸੰਗਤਾਂ ਇਸ ਸਮਾਰੋਹ 'ਚ ਸ਼ਾਮਲ ਹੋਈਆਂ, ਕਥਾ ਵਿਚਾਰਾਂ ਸਰਵਣ ਕਰਨ ਵਾਸਤੇ ਆਈਆਂ, ਉਹਨਾਂ ਦਾ ਵੀ ਧੰਨਵਾਦ। ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮੇਂ ਔਰ ਬੰਦੀ ਛੋੜ ਦਿਵਸ ਸਮੇਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾਵਾਂ ਕੀਤੀਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਜੀ ਆਇਆਂ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਜੀ ਦਾ। ਉਹਨਾਂ ਨੇ ਸੰਗਤਾਂ ਦੇ ਨਾਲ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਦੇ ਇਸ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ, ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੰਨਣ ਸਾਹਿਬ, ਢੋਟ ਸਾਹਿਬ, ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੇ ਭਾਈ ਜਗਦੇਵ ਸਿੰਘ ਜੀ, ਤੇ ਹੋਰ ਪੰਥਕ ਸ਼ਖਸੀਅਤਾਂ ਜਿਹੜੀਆਂ ਉਹ ਬੈਠੀਆਂ ਨੇ, ਸਾਰਿਆਂ ਦਾ ਹੀ ਧੰਨਵਾਦ। ਮੈਂ ਹੁਣ ਸਭ ਤੋਂ ਪਹਿਲਾਂ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਜੋ ਸਨਮਾਨ ਦਿੱਤਾ ਜਾਣਾ ਆ, ਉਹ ਸਭ ਤੋਂ ਪਹਿਲਾਂ ਦਿੱਤਾ ਜਾਏਗਾ। ਉਸ ਤੋਂ ਬਾਅਦ ਹੋਰ ਜਿਹੜੀਆਂ ਸੰਤ ਮਹਾਂਪੁਰਸ਼, ਦਮਦਮੀ ਟਕਸਾਲ, ਕਾਰਸੇਵਾ ਵਾਲੇ ਮਹਾਂਪੁਰਸ਼, ਉਹਨਾਂ ਵੱਲੋਂ ਸਨਮਾਨ ਦਿੱਤਾ ਜਾਊਗਾ। ਅੱਜ ਵਿਸ਼ੇਸ਼ ਤੌਰ 'ਤੇ ਸਨਮਾਨ ਲੈ ਕੇ ਆਏ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਵੱਲੋਂ ਭਾਈ ਸਾਹਿਬ ਭਾਈ
ਅਮਰਜੀਤ ਸਿੰਘ ਜੀ ਸਨਮਾਨ ਲੈ ਕੇ ਆਏ ਨੇ। ਮੈਂ ਹੁਣ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦਾ, ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ, ਭੈਣ ਜੀ ਬੀਬੀ ਦਲਜੀਤ ਕੌਰ ਜੀ ਜੋ ਭਾਈ ਸਾਹਿਬ ਦੇ ਧਰਮ ਸੁਪਤਨੀ ਹਨ, ਅਤੇ ਉਹਨਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭਰਾਤਾ ਜੀ ਨੂੰ, ਅਤੇ ਜਿਹੜੇ ਉਹਨਾਂ ਦੇ ਨਾਲ ਸੇਵਾਦਾਰ ਸੇਵਾ ਕਰ ਰਹੇ ਨੇ ਉਹ ਵੀ ਸਟੇਜ ਤੇ ਆ ਜਾਣ। ਉਹਨਾਂ ਨੂੰ ਵੀ ਪੰਥ ਵੱਲੋਂ ਜਿਹੜਾ ਆ ਉਹ ਸਨਮਾਨ ਦਿੱਤਾ ਜਾਣਾ ਆ। ਸਭ ਤੋਂ ਪਹਿਲਾਂ ਭੈਣ ਜੀ ਦਲਜੀਤ ਕੌਰ ਜੀ। ਵੱਡਾ ਮਾਨ ਸਨਮਾਨ ਹੋ ਰਿਹਾ ਆ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋ ਰਿਹਾ ਆ, ਤੇ ਸਾਰਿਆਂ ਨੂੰ ਹੀ ਬੇਨਤੀ ਆ ਕਿ ਬੜੇ ਮਾਣ ਸਤਿਕਾਰ ਤੇ ਅਦਬ ਦੇ ਨਾਲ ਜਿਹੜਾ ਆ ਉਹ ਭਾਈ ਸਾਹਿਬ ਜੀ ਦਾ ਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਜਾਵੇ। ਹੁਣ ਭੈਣ ਜੀ ਦਲਜੀਤ ਕੌਰ ਜੀ ਹੁਣਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਆ। ਸੰਗਤਾਂ ਥੋੜਾ ਸਮਾਂ ਚੁੱਪ ਦਾ ਦਾਨ ਬਖਸ਼ਣ। ਬੋਲੇ ਸੋ ਨਿਹਾਲ। ਹੁਣ ਭਾਈ ਸਾਹਿਬ ਦੇ ਸੇਵਾਦਾਰਾਂ ਨੂੰ ਜਿਹੜੇ ਨਾਲ ਸੇਵਾ ਕਰਦੇ ਨੇ, ਦਿਨ ਰਾਤ ਰਹਿ ਕੇ ਸੇਵਾ ਕਰਦੇ ਨੇ, ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ। ਤੇ ਫਿਰ ਭਾਈ ਸਾਹਿਬ ਦੇ ਭਾਈ ਜੀ ਨੂੰ ਸਨਮਾਨ ਦਿੱਤਾ ਜਾਏਗਾ, ਉਹ ਵੀ ਅੱਗੇ ਆ ਜਾਣ। ਬੋਲੇ ਸੋ ਨਿਹਾਲ। ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਭਾਈ ਸਾਹਿਬ ਦੇ ਭਰਾਤਾ ਜੀ ਨੂੰ ਬੇਨਤੀ ਉਹ ਵੀ ਅੱਗੇ ਆਉਣ। ਬੋਲੇ ਸੋ ਨਿਹਾਲ। 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 ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਉਹ ਵੀ ਜਿਹੜਾ ਵਾ ਸਿੰਘ ਸਾਹਿਬ ਜੀ ਨੂੰ ਸਨਮਾਨ ਕਰਨ। ਇਸੇ ਤਰ੍ਹਾਂ ਬੜੀ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੇ ਬਾਕੀ ਮਾਨ ਸਨਮਾਨ ਆਏ ਨੇ ਉਹ ਵੀ ਸਾਰੇ ਸਨਮਾਨ ਕਰਨ। ਹਾਂ, ਮਸਕੀਨ ਸਾਹਿਬ ਜੀ ਦੇ ਬੇਟੇ ਭਾਈ ਅਮਰਜੀਤ ਸਿੰਘ ਜੀ ਉਹ ਵੀ ਕਰਨਗੇ ਸਨਮਾਨ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਦੇ ਸੁਪੁੱਤਰ ਉਹ ਵੀ ਸਨਮਾਨ ਦੇ ਰਹੇ ਨੇ। ਕਾਰ ਸੇਵਾ ਵਾਲੇ ਮਹਾਂਪੁਰਸ਼ ਕੁੱਲੀ ਵਾਲੇ ਉਹ ਵੀ ਸਨਮਾਨ ਦੇ ਰਹੇ ਨੇ। ਹੁਣ ਮਾਨਯੋਗ ਪ੍ਰਧਾਨ ਸਾਹਿਬ ਨੂੰ ਬੇਨਤੀ ਆ, ਸਿੰਘ ਸਾਹਿਬ ਜੀ ਨੂੰ ਬੇਨਤੀ ਆ ਕਿ ਸਿੰਘ ਸਾਹਿਬ ਗਿਆਨੀ ਮਸਕੀਨ ਸਿੰਘ ਜੀ ਦੇ ਸੁਪੁੱਤਰ ਨੂੰ ਵੀ ਸਨਮਾਨ ਦਿੱਤਾ ਜਾਏਗਾ, ਉਹ ਵੀ ਸਟੇਜ ਤੇ ਸਨਮਾਨ ਲੈ ਲੈਣ। ਲਿਖ ਦਿਓ, ਲਿਖ ਕੇ ਦਿਓ। ਸਨਮਾਨ ਬੜੀ ਮਾਣ ਤੇ ਮਰਜ਼ਾਦਾ ਨਾਲ ਦਿੱਤਾ ਜਾਵੇ। ਸਟੇਜ ਤੇ ਲਾਈਵ ਚੱਲ ਰਿਹਾ ਆ। ਬੋਲੇ ਸੋ ਨਿਹਾਲ।
ਸਵਰਗਵਾਸੀ ਸਿੰਘ ਸਾਹਿਬ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦੇ ਪਰਿਵਾਰ ਵੱਲੋਂ ਵੀ ਸਨਮਾਨ ਆਇਆ ਆ, ਉਹ ਵੀ ਭਾਈ ਸਾਹਿਬ ਨੂੰ ਸਨਮਾਨਿਤ ਕਰ ਰਹੇ ਨੇ। ਭਾਈ ਸੁੱਖਾ ਸਿੰਘ ਜੀ ਬਲਟੋਆ ਵੱਲੋਂ ਵੀ ਸਨਮਾਨ ਆਇਆ ਹੈ। ਸ਼ਬਦ ਚੌਂਕੀ ਜਥਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸਮੂਹ ਸਾਧ ਸੰਗਤ ਵੱਲੋਂ ਸਨਮਾਨ ਆਇਆ ਆ। ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਵੱਲੋਂ ਵੀ ਸਨਮਾਨ ਆਇਆ ਆ। ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਵੱਲੋਂ ਸਨਮਾਨ ਕੀਤਾ ਜਾ ਰਿਹਾ ਆ। ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਸ੍ਰੀ ਅੰਮ੍ਰਿਤਸਰ ਵੱਲੋਂ ਵੀ ਸਨਮਾਨ ਦਿੱਤਾ ਜਾ ਰਿਹਾ ਆ। ਸੁਖਦੇਵ ਸਿੰਘ ਜੀ ਬੱਬਰ ਚੱਬੇ ਦੇ ਪਰਿਵਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਆ। ਜਿਸ ਸਥਾਨ ਤੋਂ ਆਪਾਂ ਰੋਜ਼ ਕਥਾ ਵਿਖਿਆਨ ਸੁਣਦੇ ਰਹੇ ਹਾਂ, ਮੰਜੀ ਸਾਹਿਬ ਦੀ, ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀ ਸੰਗਤ ਵੱਲੋਂ ਵੀ ਸਨਮਾਨ ਕੀਤਾ ਜਾ ਰਿਹਾ ਆ। ਬਹੁਤ ਬਹੁਤ ਧੰਨਵਾਦ। ਜੋ ਸਨਮਾਨ ਸਮਾਰੋਹ ਚੱਲਿਆ ਆ, ਬੜੀ ਗੁਰਮਰਜ਼ਾਦਾ ਅਨੁਸਾਰ ਭੈ ਭਾਵਨੀ ਦੇ ਵਿੱਚ ਰਹਿ ਕੇ ਸਾਰਿਆਂ ਨੇ ਜਿਹੜਾ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਸਨਮਾਨ ਕੀਤਾ ਆ। ਮੈਂ ਸਮੁੱਚੀਆਂ ਸੰਗਤਾਂ ਔਰ ਟੀਵੀ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇੰਨੇ ਦਿਨ ਕਥਾ ਸਰਵਣ ਕਰਦੀਆਂ ਰਹੀਆਂ ਨੇ ਤੇ ਅੱਜ ਵੀ ਸਨਮਾਨ ਸਮਾਰੋਹ ਦੇ ਵਿੱਚ ਜੁੜ ਕੇ ਬੈਠੀਆਂ ਨੇ, ਸਾਰਿਆਂ ਦਾ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।